जिस किस्म का केंद्र वालों सूबिਆਂ ਦੇ ਅਧਿਕਾਰਾਂ ਤੇ ਹਮਲਾ ਹੋ ਰਿਹਾ ਔਰ ਜਿਸ ਕਿਸਮ ਨਾਲ ਇੱਥੇ ਦੇ ਸੰਘੀ ਢਾਂਚੇ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ। ਇੱਥੇ ਦਾ ਯੂਟੀ ਦਾ ਆਪਣਾ ਕਾਡਰ ਬਣਾਤਾ। ਇੱਥੇ ਦੇ ਪਬਲਿਕ ਸੈਕਟਰ ਜਿਹੜਾ ਯੂਟੀ ਦਾ ਹੈ ਉਹਦੇ ਤੇ ਹਮਲਾ ਕਰਕੇ ਪ੍ਰਾਈਵੇਟਾਂ ਨੂੰ ਦੇਣਾ ਚਾਹੁੰਦੇ ਆ। सेंटर च लैके सारा टैक्स नूं ते इन्हां नूं उदों लॉलीपॉप ये दे दिता कि चिंता ना करो, आने वाले 5 साल असीं तुहानूं जिन्ना तुहाडा घाटा टैक्स दा होऊगा असीं पूरा करांगे। हुण आ 2022 च 5 साल खत्म हो जाने आ, हुण ठेंगा दिखाता कि साडे कोल कुछ नहीं, भुखे मरनगे। साढ़े अखां दे सामने किते आ जिहड़े नशे नुशे किते एवें थोड़ी है, बड़ी एक स्कीम के तहत एक प्लैनिंग के तहत लोगों को कमज़ोर किया जा रहा। इंडियन साइंस कांग्रेस है उन्होंने साफ कहता है, जो पेपर लै आंदे भी गां दा गोहे दे की फायदे आ, जां गां दा मूत पीओ तो किवें तुहाडा रंग लाल हो जाता। इहो जिहियां गल्लां जे तुसीं करोगे तो कोई मन्नूगा, कोई साइंसदान? साइंस नूं खत्म किया जा रहा साडे ज़हन चों कि संविधान नूं हुण सिवाए एक सौं खाण तो, जो प्रधानमंत्री सौं खांदा राष्ट्रपति तो जां मिनिस्टर जां MP जां MLA जो सौं चुकदे आ, ਉਹਦਾ ਇਲਾਵਾ ਉਹਦਾ ਹੋਰ ਕੋਈ ਕੰਮ ਨਹੀਂ ਹੈ। ਉਹ ਇੱਕ ਰਿਚੁਅਲ ਆ, ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕ ਆਓ, ਪਰ ਕਰਮ ਸਾਰੇ ਉਲਟੇ ਕਰਨੇ ਆ। ਇਹੀ ਇਹਨਾਂ ਦਾ ਕੰਮ ਆ ਵੀ ਉੱਥੇ ਸਹੁੰ ਚੁੱਕ ਕੇ ਤੇ ਕਸਮ ਤੇ ਖਾ ਲੈਣੀ ਹੈ, ਪਰ ਨਾਲ ਇਹ ਕਸਮ ਦੇ ਵਿੱਚ ਕਿਤੇ ਅੰਦਰੋਂ ਇਹ ਵੀ ਕਹਿ ਦੇਣਾ ਵੀ ਇਹਦੇ ਮੁਤਾਬਕ ਨਹੀਂ ਕੁਝ ਕਰਨਾ। लखीमपुर की घटना जी सब तो वड्डी है, वो हजे तक कोई भुल आ नहीं पा रहा, ना ही भुल पाएगी, क्योंकि अगर जो गल की जाएगी सजावां नहीं मिल रही, दोषी ने ਜਿਹੜੇ जेलों के पिछे नहीं जा रहे, कि उसकी किस तरीके नाल जिहड़ी पैरवाई होएगी। इत्थों अंदाजा लाओ ਜਿਹੜਾ संविधान का तुसीं लेंदे, संविधान का राज है। जानी कोई मिनिस्टर क्योंकि ਉਹਦੇ खून ਦੇ ਵਿੱਚ गुंडागर्दी है और शरेआम जानी किसी मुजाहरे के उत्ते तुसीं रौंद के तुहाडा मुंडा निकल जाता, फिर तुसीं ਉਹਦੇ ते कोई एक्शन लैण लई तैयार नहीं। रोज़ाना स्पोक्समैन तुसीं देख रहे हो DC दफ्तर के बाहर मौजूद हाँ, जिथे कि किसानों का वड्डा एक अज कॉल आई है। अज इत्थे किसान पहुँचे ने मंगां नूं लैके, हर एक मंग अज इन्होंने मंग पत्र दे विच लिखी हुई है, DC नूं दित्ती जाएगी। उस दे बाबत गल करन लई साडे नाल प्रोफैसर मनजीत सिंह जी साडे नाल ने। सर स्वागत है पहला रोज़ाना स्पोक्समैन। बहुत बहुत धन्यवाद जी। ठीक ठाक हो सर? धन्यवाद जी। अज फिर तो इकट्ठ करना पै रहा, DC दफ्तर के बाहर बहना पै रहा, की सब तो वड्डे कारण लगदे? ਇਕੱਠ ਦੇ ਅਸੀਂ ਮਾੜਾ ਜਿਹਾ ਸਾਹ ਲਿਆ ਸੀ, ਇਕੱਠ ਦੇ ਕਦੀ ਰੁਕੇ ਹੀ ਨਹੀਂ, ਔਰ ਇਹ ਅੱਗੇ ਨਾਲੋਂ ਵਿਸ਼ਾਲ ਤੇ ਜ਼ਿਆਦਾ ਆਰਗੇਨਾਈਜ਼ਡ ਹੋਣਗੇ। ਕਾਰਨ ਉਹਦਾ ਇਹ ਹੈ ਕਿ ਜਿਸ ਕਿਸਮ ਦਾ ਕੇਂਦਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਤੇ ਹਮਲਾ ਹੋ ਰਿਹਾ ਔਰ ਜਿਸ ਕਿਸਮ ਨਾਲ ਇੱਥੇ ਦੇ ਸੰਘੀ ਢਾਂਚੇ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ। ਕਦੀ ਖੇਤੀ ਦੇ ਕਾਨੂੰਨ, ਜੋ ਕਿ ਖੇਤੀ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਹੈਗੀ, ਤੇ ਉਸ ਨੂੰ ਉਹਦੇ ਤੇ ਕਾਨੂੰਨ ਬਣਾ ਕੇ, ਕਦੀ ਆ ਹੁਣ BBMP ਦਾ ਮਾਮਲਾ ਜਿਹੜਾ ਉਹਦੇ ਆਪਣੇ ਬਾਹਰੋਂ ਇੰਜੀਨੀਅਰ ਪਰਮਾਨੈਂਟ ਮੈਂਬਰ ਲਾ ਕੇ, ਕਦੀ ਇੱਥੇ ਦੀ ਜਿਹੜੀ ਉੱਥੇ ਦੀ ਸਿਕਿਉਰਿਟੀ ਹੈ ਉਹ ਸੈਂਟਰ ਦੀ ਲਾ ਕੇ ਪੰਜਾਬ ਦੀ ਸਿਕਿਉਰਿਟੀ ਨੂੰ ਹਟਾ ਕੇ ਉੱਥੇ ਉਹਨਾਂ ਦੇ ਅੰਦਰ ਜਿਹੜੇ EMPLOYE ਆ, ਭਾਵੇਂ ਉਹ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਦੇ ਆ, ਭਾਵੇਂ ਉਹ BBMP ਦੇ ਆ, ਉਹਨਾਂ ਦੀ 60% ਪ੍ਰਪੋਰਸ਼ਨ ਹੋਣੀ ਚਾਹੀਦੀ ਹੈ ਨਫਰੀ, ਉਸ ਨੂੰ ਘਟਾਤਾ ਬਹੁਤ ਜ਼ਿਆਦਾ। ਇੱਥੇ ਦਾ ਯੂਟੀ ਦਾ ਆਪਣਾ ਕਾਡਰ ਬਣਾਤਾ। ਇੱਥੇ ਦੇ ਪਬਲਿਕ ਸੈਕਟਰ ਜਿਹੜਾ ਯੂਟੀ ਦਾ ਹੈ ਉਹਦੇ ਤੇ ਹਮਲਾ ਕਰਕੇ ਪ੍ਰਾਈਵੇਟਾਂ ਨੂੰ ਦੇਣਾ ਚਾਹੁੰਦੇ ਆ। ਯਾਨੀ ਹੌਲੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਵੇਂ ਉਹ ਪੰਜਾਬ ਆ ਤੇ ਭਾਵੇਂ ਦੂਜੇ ਸੂਬੇ ਆ, ਉਹਨਾਂ ਦੇ ਅਧਿਕਾਰ ਖੇਤਰ ਨੂੰ ਸ਼ਰਿੰਕ ਕਰਕੇ, ਕਮਜ਼ੋਰ ਕਰਕੇ ਕੇਂਦਰ ਦੇ ਵਿੱਚ ਸਾਰੀ ਸੱਤਾ ਜਿਹੜੀ ਆ ਉਹ ਜ਼ਿਆਦਾ ਮਜ਼ਬੂਤ ਕੀਤਾ ਜਾਏ। ਟੈਕਸ GST ਆਇਆ ਜੀ, ਸੈਂਟਰ 'ਚ ਲੈ ਕੇ ਸਾਰਾ ਟੈਕਸ ਨੂੰ, ਤੇ ਇਹਨਾਂ ਨੂੰ ਉਦੋਂ ਲੌਲੀਪੌਪ ਇਹ ਦੇ ਦਿੱਤਾ ਕਿ ਚਿੰਤਾ ਨਾ ਕਰੋ, ਆਉਣ ਵਾਲੇ 5 ਸਾਲ ਅਸੀਂ ਤੁਹਾਨੂੰ ਜਿੰਨਾ ਤੁਹਾਡਾ ਘਾਟਾ ਟੈਕਸ ਦਾ ਹੋਊਗਾ ਅਸੀਂ ਪੂਰਾ ਕਰਾਂਗੇ। ਹੁਣ ਆ 2022 ਚ 5 ਸਾਲ ਖਤਮ ਹੋ ਜਾਣੇ ਆ, ਹੁਣ ਠੇਂਗਾ ਦਿਖਾਤਾ ਕਿ ਸਾਡੇ ਕੋਲ ਕੁਝ ਨਹੀਂ, ਭੁੱਖੇ ਮਰਨਗੇ। ਵੱਡੀ ਗੱਲ ਆ ਜਾਂਦੀ ਪ੍ਰੋਫੈਸਰ ਸਾਹਿਬ, ਪੰਜਾਬ ਦੇ ਉੱਤੇ ਸਿਰ ਦੇ ਉੱਤੇ ਜਿਹੜਾ ਕਰਜ਼ਾ ਕਈ ਕਰੋੜਾਂ ਦਾ ਉਸ ਨੂੰ ਪਹਿਲਾਂ ਮੁਕਾਉਣਾ ਸਭ ਤੋਂ ਵੱਡੀ ਗੱਲ ਆ ਜਾਂਦੀ ਆ। ਪਰ ਕਿਸ ਤਰ੍ਹਾਂ ਦਾ ਮੁਕਾਇਆ ਜਾਏਗਾ? ਜਿਵੇਂ ਹੁਣ ਤੁਸੀਂ ਕਹਿ ਰਹੇ ਠੇਂਗਾ ਦਿਖਾ ਦਿੱਤਾ ਜਾਏਗਾ, ਐਂਡ ਦੇ ਉੱਤੇ ਫਿਰ ਕੁਝ ਨਹੀਂ ਬਚੇਗਾ। ਨਹੀਂ, ਭੁੱਖੇ ਮਾਰ ਕੇ ਤੁਹਾਨੂੰ ਖਤਮ ਕਰਨਾ ਚਾਹੁੰਦੇ ਆ। ਕੁਛ ਇੱਥੋਂ ਭੱਜ ਜਾਣਗੇ ਜਿਹੜੇ ਵਿਦੇਸ਼ਾਂ ਨੂੰ ਭੱਜ ਰਹੇ ਆ, ਕੁਛ ਇੱਥੇ ਭੀਖ ਮੰਗੀ ਜਾਣਗੇ ਕਿ ਸਾਨੂੰ ਦਿਓ, ਅਸੀਂ ਭੁੱਖੇ ਮਾਰ ਲੱਗੇ। ਕੋਈ ਕਹਿਣਗੇ ਕਿ ਆਟਾ ਦਾਲ ਥੋੜਾ ਮਿਲ ਰਿਹਾ, ਥੋੜਾ ਜਿਹਾ ਹੋਰ 4 ਕੁਇੰਟਲ ਵਧਾ ਦਿਓ। ਇਹੋ ਜਿਹੀਆਂ ਗੱਲਾਂ ਕਰੀ ਜਾਵਾਂਗੇ। ਜਿਹੜਾ ਅਣਖ ਦਾ ਜੀਵਨ, ਇੱਜ਼ਤ ਦਾ ਜੀਵਨ ਔਰ ਆਤਮ ਨਿਰਭਰਤਾ ਦਾ ਜੀਵਨ ਹੈ ਉਹ ਖਤਮ ਹੋ ਜਾਊਗਾ। ਔਰ ਕੀਤਾ ਜਾ ਰਿਹਾ ਸਾਡੇ ਅੱਖਾਂ ਦੇ ਸਾਹਮਣੇ। ਕਿਤੇ ਆ ਜਿਹੜੇ ਨਸ਼ੇ ਨੁਸ਼ੇ ਕਿਤੇ ਐਵੇਂ ਥੋੜੀ ਹੈ, ਬੜੀ ਇੱਕ ਸਕੀਮ ਦੇ ਤਹਿਤ, ਇੱਕ ਪਲੈਨਿੰਗ ਦੇ ਤਹਿਤ ਲੋਕਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ।
ਔਰ ਮੈਨੂੰ ਲੱਗਦਾ ਕਿ ਆਪਾਂ ਪੰਜਾਬੀਆਂ ਨੂੰ ਵੀ ਵੈਸੇ ਤੇ ਦੂਜਿਆਂ ਨਾਲੋਂ ਸਭ ਤੋਂ ਅੱਗੇ ਆਏ। ਦੇਖੋ ਤੁਸੀਂ ਜਿਹੜਾ ਭਾਵੇਂ ਆਜ਼ਾਦੀ ਤੋਂ ਪਹਿਲਾਂ ਦਾ ਮਾਮਲਾ ਸੀ, ਭਾਵੇਂ ਐਮਰਜੈਂਸੀ ਦੇ ਵਿਰੁੱਧ ਮੋਰਚੇ ਦੇ ਜਿਹੜੇ ਲੱਗਾ, ਸਿਰਫ ਪੰਜਾਬ 'ਚ ਐਡਾ ਵੱਡਾ ਮੋਰਚਾ ਲੱਗਾ ਸੀ, ਭਾਵੇਂ ਹੁਣ ਦੇ ਵੀ ਮੋਰਚੇ ਆ ਜਿਹੜਾ ਕਿਸਾਨਾਂ ਵਾਲਾ ਇਹ ਪੰਜਾਬ ਨੇ ਸ਼ੁਰੂ ਕੀਤਾ, ਤੇ ਹੁਣ ਵੀ ਇੱਥੇ ਦੀ ਜਿਹੜੀ ਅੱਗ ਆ ਉਹ ਬੁੱਝਣ ਵਾਲੀ ਨਹੀਂ ਹੈ, ਲਗਾਤਾਰ ਰਹੂਗੀ। ਤੇ ਸਾਡਾ ਤੇ ਇਹ ਕਹਿਣਾ ਕਿ ਜੇ ਕੇਂਦਰ ਦੀ ਜਿਹੜੀ ਨੀਤੀ ਹੈ ਉਹ ਜੇ ਆਪਣੇ ਆਪ ਇਸ ਨੀਤੀ ਤੋਂ ਬਾਹਰ ਨਹੀਂ ਜਾਂਦੇ, ਬਦਲਦੇ ਨਹੀਂ ਇਹਨੂੰ, ਤਾਂ ਸੂਬੇ ਜਿਹੜੇ ਪੰਜਾਬ ਦੀ ਅਗਵਾਈ ਦੇ ਵਿੱਚ ਆਪਣੇ ਵੱਧ ਅਧਿਕਾਰਾਂ ਲਈ ਲਗਾਤਾਰ ਇਸੇ ਤਰੀਕੇ ਨਾਲ ਅੱਗੇ ਨਾਲੋਂ ਕਈ ਗੁਣਾ ਵੱਧ ਸ਼ਕਤੀ ਦੇ ਨਾਲ ਸੜਕਾਂ ਦੇ ਉੱਤੇ ਪ੍ਰਦਰਸ਼ਨ ਹੀ ਨਹੀਂ ਕਰਨਗੇ, ਮੋਦੀ ਕੋਲ ਬਾਰ-ਬਾਰ ਮਾਫੀਆਂ ਮੰਗਾਉਣਗੇ। ਜੀ ਗੱਲ ਕੀਤੀ ਜਾਵੇ ਸਿੱਖ ਇਤਿਹਾਸ ਦੀ, ਇਹ ਵੀ ਅੱਜ ਤੁਸੀਂ ਮੰਗ ਜਿਹੜੀ ਦੇਣੀ ਆ, ਕਹਿੰਦੇ ਜੇ ਕਿਸੇ ਦੀ ਕੌਮ ਨੂੰ ਖਤਮ ਕਰਨਾ ਉਸ ਦਾ ਪਹਿਲਾਂ ਇਤਿਹਾਸ ਖਤਮ ਕਰੋ। ਕੀ ਲੱਗਦਾ ਇਸੇ ਤਰ੍ਹਾਂ ਹੋ ਰਿਹਾ, ਪਹਿਲਾਂ ਇਤਿਹਾਸ ਖਤਮ ਕੀਤਾ ਜਾ ਰਿਹਾ ਫਿਰ ਸਿੱਖ ਕੌਮ ਨੂੰ ਖਤਮ? ਇਕੱਲਾ ਇਤਿਹਾਸ ਹੀ ਨਹੀਂ ਹੈ, ਸਾਇੰਸ ਜਿਹੜੀ ਆ ਉਹ ਸਾਨੂੰ ਇੱਕ ਤਰਕਸ਼ੀਲਤਾ ਦੇ ਨਾਲ ਜੀਣਾ ਸਿਖਾਉਂਦੀ ਹੈ, ਉਸ ਨੂੰ ਖਤਮ ਕੀਤਾ ਜਾ ਰਿਹਾ। ਆ ਪਿੱਛੇ ਜਿਹੜੀ ਇੰਡੀਅਨ ਸਾਇੰਸ ਕਾਂਗਰਸ ਹੈ ਉਹਨਾਂ ਨੇ ਸਾਫ਼ ਕਹਿਤਾ ਇਹੋ ਜਿਹੇ ਪੇਪਰ ਲੈ ਆਉਂਦੇ ਵੀ ਗਾਂ ਦਾ ਗੋਹੇ ਦੇ ਕੀ ਫਾਇਦੇ ਆ, ਜਾਂ ਗਾਂ ਦਾ ਮੂਤ ਪੀਓ ਤੇ ਕਿਵੇਂ ਤੁਹਾਡਾ ਰੰਗ ਲਾਲ ਹੋ ਜਾਂਦਾ। ਇਹੋ ਜਿਹੀਆਂ ਗੱਲਾਂ ਜੇ ਤੁਸੀਂ ਕਰੋਗੇ ਤਾਂ ਕੋਈ ਮੰਨੂਗਾ ਕੋਈ ਸਾਇੰਸਦਾਨ? ਸਾਇੰਸ ਨੂੰ ਖਤਮ ਕੀਤਾ ਜਾ ਰਿਹਾ ਸਾਡੇ ਜ਼ਿਹਨ ਚੋਂ। ਜੇ ਸਾਇੰਸ ਖਤਮ ਹੋਊਗੀ ਤੇ ਲੋਕ ਕਮਜ਼ੋਰ ਹੋਣਗੇ, ਇਹ ਸਾਇੰਸ ਦਾ ਯੁੱਗ ਹੈ। ਇਸੇ ਤਰੀਕੇ ਨਾਲ ਜਿਹੜਾ ਬਾਕੀ ਵੀ ਚੀਜ਼ਾਂ ਆ ਉਹ ਭਾਵੇਂ ਖੇਤੀ ਹੈ, ਭਾਵੇਂ ਸਾਡੇ ਪਾਣੀਆਂ ਦਾ ਮਾਮਲਾ ਜਿੱਥੋਂ ਅਸੀਂ ਅੱਜ ਲੜ ਰਹੇ ਹਾਂ, ਭਾਵੇਂ ਲੋਕਾਂ ਦੀ ਸਿਹਤ ਸੇਵਾਵਾਂ, ਇਹ ਸਾਰੇ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਸੂਬਾ ਜਿਹੜਾ ਕੇਂਦਰ ਹੈ ਉਹ ਇਹਨਾਂ ਨੂੰ ਹਟਾ ਕੇ ਤੇ ਲੋਕਾਂ ਨੂੰ ਸੱਭਿਆਚਾਰਕ ਤੌਰ ਤੇ ਵੀ ਜਿਹੜਾ ਕਮਜ਼ੋਰ ਕਰਨਾ ਚਾਹੁੰਦਾ। ਇਤਿਹਾਸ ਜਦੋਂ ਤੁਸੀਂ ਇਤਿਹਾਸ ਤੋਂ ਅਲੱਗ ਪਾ ਜਾਓਗੇ, ਇਤਿਹਾਸ ਨੂੰ ਉਸ ਤਰੀਕੇ ਨਾਲ ਪੇਸ਼ ਕੀਤਾ ਜਾਊ ਜਿਹੜਾ ਤੁਹਾਡਾ ਇਤਿਹਾਸ ਹੈ ਹੀ ਨਹੀਂ। ਔਰ ਇੱਥੇ ਹੀ ਨਹੀਂ, ਇਕੱਲਾ ਪੰਜਾਬ ਦੇ ਇਤਿਹਾਸ ਦੇ ਨਾਲ ਛੇੜਛਾੜੀ ਨਹੀਂ, ਦਲਿਤਾਂ ਦੇ ਕਿੱਡੇ ਵੱਡੇ ਸੰਘਰਸ਼ ਹੁੰਦੇ ਰਹੇ ਆ ਇਤਿਹਾਸ ਦੇ ਵਿੱਚ, ਉਹ ਕੱਢਤੇ ਬਾਹਰ ਕਿਉਂਕਿ ਸ਼ਰਮਿੰਦਗੀ ਆਉਂਦੀ ਹੈ ਜੀ। ਕੀ ਕੇਰਲਾ ਦੇ ਵਿੱਚ ਉੱਥੇ ਦੀਆਂ ਦਲਿਤ ਔਰਤਾਂ ਨੂੰ ਬੇਅਰ ਬ੍ਰੈਸਟ ਜਿਹਨੂੰ ਕਹਿੰਦੇ ਆ ਵੀ ਉਹਨਾਂ ਨੂੰ ਉੱਤੇ ਕੱਪੜੇ ਨਹੀਂ ਸੀ ਪਾਉਣ ਦਿੰਦੇ ਵੀ ਇੰਝ ਰਹੋ, ਕਿਉਂਕਿ ਉਹ ਦਲਿਤ ਹੈ, ਇਸ ਕਰਕੇ ਉਹ ਸਾਰਿਆਂ ਦੇ ਨੰਗੇਜ ਜਿਹੜਾ ਉਹਨਾਂ ਲਈ ਜਾਇਜ਼ ਹੈਗਾ ਰੱਖਣਾ, ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ। ਇਹ ਸਾਰੀਆਂ ਚੀਜ਼ਾਂ ਇਹਦੇ ਵਿਰੁੱਧ ਜਿਹੜੇ ਕਿੰਨੇ ਸੰਘਰਸ਼ ਚੱਲੇ ਦਲਿਤਾਂ ਦੇ, ਅੰਬੇਦਕਰ ਸਾਹਿਬ ਨੇ ਵੀ ਚਲਾਏ ਆ, ਉਹਨਾਂ ਨੇ ਆਪ ਵੀ ਇਜ਼ਾਵਸ ਦੀ ਕੇਰਲਾ 'ਚ ਮੂਵਮੈਂਟ ਚੱਲੀ, ਹੋਰਨਾਂ ਜਗ੍ਹਾ ਤੇ ਬੜੀਆਂ ਮੂਵਮੈਂਟਾਂ ਚੱਲੀ। ਉਹ ਸਾਰਾ ਇਤਿਹਾਸ 'ਚੋਂ ਕੱਢ ਰਿਹਾ ਵੀ ਨਹੀਂ ਇੱਥੇ ਤੇ ਹਮੇਸ਼ਾ ਰਾਮ ਰਾਜ ਸੀ, ਬਹੁਤ ਚੰਗੇ ਸੀ, ਕੋਈ ਕਿਸੇ ਨਾਲ ਨਫ਼ਰਤ ਨਹੀਂ ਸੀ, ਕੋਈ ਕਿਸੇ ਨਾਲ ਵਿਤਕਰਾ ਨਹੀਂ ਸੀ। ਇਹ ਵੀ ਕਹਿ ਦਿਓ ਕਿ ਔਰਤਾਂ ਨਾਲ ਵਿਤਕਰਾ ਨਹੀਂ ਸੀ। ਤੇ ਇਹ ਸਾਰੀਆਂ ਗੱਲਾਂ ਨੂੰ ਜੇ ਕੱਢ ਦਓਗੇ, ਅਸੀਂ ਆਪਣੇ ਲੋਕਾਂ ਦਾ ਜਿਹੜਾ ਸਰਮਾਇਆ ਹੈਗਾ, ਇਤਿਹਾਸ ਲੋਕਾਂ ਦਾ ਸਰਮਾਇਆ, ਉਹਦੇ ਤੋਂ ਵਿਰਵਾ ਰੱਖੋਗੇ ਤੇ ਲੋਕ ਕਮਜ਼ੋਰ ਹੋਣਗੇ ਤਾਂ ਕਿ ਆਪਣਾ ਉਹਨਾਂ ਨੂੰ ਆਰਾਮ ਨਾਲ ਕੰਟਰੋਲ ਕਰ ਸਕਣ। ਜੀ ਇੱਕ ਸੰਵਿਧਾਨ ਵੀ ਲਿਖਿਆ ਜਾਂਦਾ, ਸੰਵਿਧਾਨ ਲਾਗੂ ਹੁੰਦਾ, ਪਰ ਉਹ ਸੰਵਿਧਾਨ ਨੂੰ ਦੇਖਿਆ ਜਾਵੇ ਜੋ ਸੋਚ ਸੀ ਉਹ ਸੰਵਿਧਾਨ ਅੱਜ ਹੈਗਾ ਜਾਂ ਖਤਮ ਕਰ ਦਿੱਤਾ ਗਿਆ ਹੋਵੇਗਾ? ਮੈਨੂੰ ਲੱਗਦਾ ਇਹਦੇ 'ਚ ਬੜੀ ਸਾਫ਼ ਨਜ਼ਰ ਆ ਰਹੀ ਆ, ਤੁਸੀਂ ਵੀ ਇਹ ਗੱਲ ਨੂੰ ਸਮਝਦੇ ਆ ਕਿ ਸੰਵਿਧਾਨ ਨੂੰ ਹੁਣ ਸਵਾਏ ਇੱਕ ਸਹੁੰ ਖਾਣ ਤੋਂ, ਜਦੋਂ ਪ੍ਰਧਾਨ ਮੰਤਰੀ ਸਹੁੰ ਖਾਂਦਾ ਰਾਸ਼ਟਰਪਤੀ ਤੋਂ ਜਾਂ ਮਿਨਿਸਟਰ ਜਾਂ MP ਜਾਂ MLA ਜਦੋਂ ਸਹੁੰ ਚੁੱਕਦੇ ਆ, ਉਹਦੇ ਇਲਾਵਾ ਉਹਦਾ ਹੋਰ ਕੋਈ ਕੰਮ ਨਹੀਂ ਹੈ। ਉਹ ਇੱਕ ਰਿਚੁਅਲ ਆ, ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕ ਆਓ ਪਰ ਕਰਮ ਸਾਰੇ ਉਲਟੇ ਕਰਨੇ ਆ। ਇਹੀ ਇਹਨਾਂ ਦਾ ਕੰਮ ਆ ਵੀ ਉੱਥੇ ਸਹੁੰ ਚੁੱਕ ਕੇ ਤੇ ਕਸਮ ਤੇ ਖਾ ਲੈਣੀ ਹੈ, ਪਰ ਨਾਲ ਹੀ ਕਸਮ ਦੇ ਵਿੱਚ ਕਿਤੇ ਅੰਦਰੋਂ ਇਹ ਵੀ ਕਹਿ ਦੇਣਾ ਵੀ ਇਹਦੇ ਮੁਤਾਬਕ ਨਹੀਂ ਕੁਝ ਕਰਨਾ। ਉੱਥੇ ਦੇ ਉੱਪਰਲੀ ਤੇ ਇਹੀ ਕਹਿੰਦੇ ਵੀ ਇਹਦੇ ਵਿੱਚ ਰਵਾਂਗੇ, ਪਰ ਅੰਦਰੋਂ ਉਦੋਂ ਹੀ ਫੈਸਲਾ ਕਰ ਲੈਂਦੇ ਵੀ ਨਾ, ਇਸ ਨੂੰ ਹੁਣ ਢੱਕ ਕੇ ਬੰਨ੍ਹ ਕੇ ਕਿਤੇ ਰੱਖ ਦਿਓ, ਹੁਣ ਅਸੀਂ ਆਪਣੀ ਦਾਦਾਗਿਰੀ ਕਰਨੀ ਆ, ਲੁੱਟ ਕਰਨੀ ਆ, ਜੋ ਵੀ ਤਮਾਸ਼ੇ ਆ ਉਹ ਕਰਨੇ ਆ। ਜਿੰਨਾ ਸੰਵਿਧਾਨ ਨੂੰ ਅੱਜ ਖਤਰਾ, ਦਲਿਤ ਬਹੁਤ ਪਰੇਸ਼ਾਨ ਹੈ, ਉਹਨਾਂ ਲਈ ਸੰਵਿਧਾਨ ਬਾਈਬਲ ਆ, ਉਹਨਾਂ ਨੂੰ ਉਹ ਇੱਕ ਪਵਿੱਤਰ ਕਿਤਾਬ ਮੰਨਦੇ ਆ। ਉਹ ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਉਹਦੇ ਸਿਰਜਣਹਾਰ ਆ, ਉਹਨਾਂ ਦੇ ਚੇਅਰਮੈਨ ਆ ਕਮੇਟੀ ਦੇ, ਪਾਰਲੀਮੈਂਟਰੀ ਜਿਹੜੀ ਕਨਸਟੀਟਿਊਸ਼ਨਲ ਕਮੇਟੀ ਆ, ਉਹਨਾਂ ਨੂੰ ਲੱਗਦਾ ਹੈ ਸਾਡੇ ਤੇ ਹਮਲਾ। ਇਹ ਸਮਝਣਾ ਚਾਹੀਦਾ ਹੈ ਕਿ ਇਸ ਸੰਵਿਧਾਨ ਤੋਂ ਬਗੈਰ ਜੇ ਤੁਸੀਂ ਇਹਦੇ ਕਿਸੇ ਤਾਨਾਸ਼ਾਹ ਰਾਜ ਲਿਆਉਣਾ ਚਾਹੁੰਦੇ, ਜਿਹੜਾ ਪ੍ਰੈਕਟੀਕਲੀ ਲਿਆਂਦਾ ਜਾ ਰਿਹਾ, ਆ ਸਾਰੇ ਮਾਮਲੇ ਜਿਹੜੇ ਲੜ ਰਹੇ ਅਸੀਂ ਉਹ ਉਸੇ ਚੋਂ ਨਿਕਲ ਰਹੇ, ਉਹ ਸੋਚ ਚੋਂ ਨਿਕਲ ਰਹੇ ਆ। ਔਰ ਲੋਕਾਂ ਨੂੰ ਇਹ ਵੀ ਲੱਗਦਾ ਕਿ 2024 ਇੱਕ ਵਾਟਰਸ਼ੈਡ ਹੋਊਗਾ, ਜੇ ਮੋਦੀ ਫਿਰ ਦੁਬਾਰਾ ਆਉਂਦਾ ਫਿਰ ਕਦੀ ਨਹੀਂ ਉਤਰੂਗਾ। ਜੀ ਇੱਕ ਪਾਸੇ ਜੇ ਪ੍ਰੋਫੈਸਰ ਸਾਹਿਬ ਗੱਲ ਕੀਤੀ ਜਾਵੇ, ਕਹਿੰਦੇ ਸਾਧਾਂ ਨੂੰ ਪਰਲੋ ਦੇ ਦਿੱਤੀ ਜਾਂਦੀ ਹੈ, ਫਰਲੋ ਤੇ ਆ ਜਾਂਦੇ ਨੇ, ਪਰ ਇੱਕ ਪਾਸੇ ਜੇ ਨਿਗਾਹ ਮਾਰੀ ਜਾਵੇ ਕਹਿੰਦੇ ਬੰਦੀ ਸਿੰਘਾਂ ਦੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ। ਅੱਜ ਇਹ ਵੀ ਮੰਗ ਹੈਗੀ ਉਹਨਾਂ ਨੂੰ ਛਡਾਉਣ ਦੀ, ਜੇ ਗੱਲ ਕੀਤੀ ਜਾਵੇ ਛੱਡਿਆ ਨਹੀਂ ਜਾ ਰਿਹਾ। ਇਹ ਤੇ ਦਿੱਲੀ ਸਰਕਾਰ ਨੂੰ ਪੁੱਛੋ, ਇੱਥੇ ਸਾਰੇ ਆਪ ਦੀਆਂ ਲੁੱਡੀਆਂ ਮਾਰਦੇ ਫਿਰਦੇ, ਪਿੰਡੋ ਪਿੰਡੀ ਝੰਡੀਆਂ ਲਾਈ ਫਿਰਦੇ, ਕਿਉਂ ਨਹੀਂ ਪੁੱਛਦੇ ਜਦੋਂ ਝੰਡੀ ਲਾਉਣ ਆਉਂਦੇ ਆ? ਭਾਈ ਉਹ ਤੁਸੀਂ ਫਰਵਰੀ 2020 ਦੇ ਵਿੱਚ
ਉਹ ਕਮੇਟੀ ਦੀ ਮੀਟਿੰਗ ਹੋਈ, ਤੁਸੀਂ ਨਾ ਕਰਤੀ ਵੀ ਨਹੀਂ ਇਹਨੂੰ ਛੱਡਿਆ ਨਹੀਂ ਜਾਣਾ ਚਾਹੀਦਾ, ਜਦ ਕਿ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਭੁੱਲਰ। 11 ਦਸੰਬਰ 2020 ਨੂੰ ਫੇਰ ਮੀਟਿੰਗ ਹੁੰਦੀ ਆ, ਫੇਰ ਨਹੀਂ ਉਹਨੂੰ ਰਿਲੀਜ਼ ਕਰਨ ਦਾ ਕਰਦੇ। ਆ ਹੁਣੇ ਆ ਪਿਛਲੇ ਦਿਨਾਂ ਦੇ ਵਿੱਚ ਫੇਰ ਮੀਟਿੰਗ ਹੋਈ ਆ, ਮੀਟਿੰਗ ਹੀ ਪੋਸਟਪੋਨ ਕਰਤੀ। ਕੀ ਗੱਲ ਪਈ? ਕੀ ਦੁਸ਼ਮਣੀ ਆ? ਉਹ ਬੰਦਾ ਜਿਹੜਾ ਸਾਈਕੋਲੋਜੀਕਲੀ ਵੀ ਆਪਣੇ ਮਾਨਸਿਕ ਤੌਰ ਤੇ ਵੀ ਬਿਮਾਰ ਹੈ, ਉਹਨੂੰ ਸਾਈਕੈਟ੍ਰਿਕ ਦੀ ਮਦਦ ਦੇ ਨਾਲ ਆਪਣੇ ਜਿਹੜੇ ਬਾਕੀ ਦੇ ਜੀਵਨ ਦੇ ਦੇਣੇ ਆ ਉਹ ਕਰ ਰਹੇ। ਇੱਥੋਂ ਇਹ ਲੱਗਦਾ ਹੈ ਕਿ ਇਹਨਾਂ ਨੂੰ ਘੱਟ ਗਿਣਤੀਆਂ ਵਾਰਾ ਨਹੀਂ, ਇਹ ਘੱਟ ਗਿਣਤੀਆਂ ਨੂੰ ਥੋੜਾ ਡਾਊਨ ਕਰਕੇ ਉਹਨਾਂ ਤੇ ਇਸ ਕਿਸਮ ਦਾ ਬੇਇੱਜ਼ਤ ਕਰਕੇ ਇਹ ਆਪਣੀ ਕਿਸਮ ਦੀ ਧੌਂਸ ਦਿਖਾਉਣੀ ਚਾਹੁੰਦੇ ਆ, ਪਰ ਉਹਦਾ ਜਵਾਬ ਲੋਕ ਦੇ ਰਹੇ ਆ, ਅੱਗੇ ਵੀ ਦਿੰਦੇ ਰਹਿਣਗੇ। ਅੱਗੇ ਵੀ ਦਿੰਦੇ ਰਹਿਣਗੇ। ਲੰਖੀਪੁਰ ਦੀ ਘਟਨਾ ਜਿਹੜੀ ਉਹ ਸਭ ਤੋਂ ਵੱਡੀ ਹੈ, ਉਹ ਹਜੇ ਤੱਕ ਕੋਈ ਭੁੱਲ ਆ ਨਹੀਂ ਪਾ ਰਿਹਾ, ਨਾ ਹੀ ਭੁੱਲ ਪਾਏਗੀ, ਕਿਉਂਕਿ ਅਗਰ ਜੇ ਗੱਲ ਕੀਤੀ ਜਾਵੇਗੀ ਸਜ਼ਾਵਾਂ ਨਹੀਂ ਮਿਲ ਰਹੀਆਂ, ਦੋਸ਼ੀ ਨੇ ਜਿਹੜੇ ਜੇਲ੍ਹਾਂ ਦੇ ਪਿੱਛੇ ਨਹੀਂ ਜਾ ਰਹੇ, ਕਿ ਉਸ ਦੀ ਕਿਸ ਤਰੀਕੇ ਨਾਲ ਜਿਹੜੀ ਪੈਰਵਾਈ ਹੋਏਗੀ। ਤੁਸੀਂ ਇੱਥੋਂ ਅੰਦਾਜ਼ਾ ਲਾਓ, ਜਿਹੜਾ ਸੰਵਿਧਾਨ ਦਾ ਤੁਸੀਂ ਲੈਂਦੇ, ਸੰਵਿਧਾਨ ਦਾ ਰਾਜ ਆ ਜੀ। ਜਾਣੀ ਕੋਈ ਮਿਨਿਸਟਰ, ਕਿਉਂਕਿ ਉਹਦੇ ਖੂਨ ਦੇ ਵਿੱਚ ਗੁੰਡਾਗਰਦੀ ਹੈ ਔਰ ਸ਼ਰੇਆਮ ਜਾਣੀ ਕਿਸੇ ਮਜ਼ਾਰੇ ਦੇ ਉੱਤੇ ਤੁਸੀਂ ਰੌਂਦ ਕੇ ਤੁਹਾਡਾ ਮੁੰਡਾ ਨਿਕਲ ਜਾਂਦਾ, ਫਿਰ ਤੁਸੀਂ ਉਹਦੇ ਤੇ ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ। ਝੂਠੀ ਮੁੱਠੀ ਤੁਸੀਂ ਨਖਰੇ ਵਾਲੀ ਇੱਕ ਇਨਕੁਆਇਰੀ ਕਰਕੇ ਤੇ ਦੱਸਦੇ ਆ ਵੀ ਕੁਝ ਨਹੀਂ ਕਰਨਾ। ਸੁਪਰੀਮ ਕੋਰਟ ਨੂੰ ਇੰਟਰਵੀਨ ਕਰਕੇ ਸੁਪਰੀਮ ਕੋਰਟ ਮੋਨੀਟਰਡ ਇਨਕੁਆਇਰੀ ਕਰਾ ਕੇ ਉਹਨੂੰ ਅੰਦਰ ਦੇਣਾ ਪੈਂਦਾ, ਤੁਸੀਂ ਉਹਨੂੰ ਫੇਰ ਬਾਹਰ ਕਰ ਦਿੰਦੇ ਆ। ਕਿ ਸਾਡੇ ਦੇਸ਼ ਦੇ ਕਾਨੂੰਨ ਮੁਤਾਬਕ ਉਸ ਨੂੰ ਤੁਰੰਤ ਆਪਣਾ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਟੈਣੀ ਨੂੰ। ਆਸ਼ੀਸ਼ ਜਿਹੜਾ ਮਿਸ਼ਰਾ ਹੈਗਾ, ਉਹ ਕਿਹੜੇ ਕਾਨੂੰਨ ਦੇ ਤਹਿਤ ਬਾਹਰ ਆ ਗਿਆ 302 ਚੋਂ ਬਈ? ਆ ਜਿਹੜਾ ਤੁਸੀਂ ਬਾਕੀ ਰਾਮ ਰਹੀਮ ਦਾ ਕਰਦੇ ਆ, ਸਾਰੀਆਂ ਪੋਲੀਟੀਕਲ ਮੂਵ ਆ ਸਾਡੇ ਦੇਸ਼ 'ਚ। ਇਸੇ ਕਰਕੇ ਕਹਿਣਾ ਕਿ ਕਾਨੂੰਨ ਦਾ ਰਾਜ ਘੱਟ ਤੇ ਧੌਂਸ ਦਾ ਤੇ ਦਾਦਾਗਿਰੀ ਜ਼ਿਆਦਾ ਚੱਲ ਰਹੀ ਹੈ। ਇਹੀ ਦਾ ਜਵਾਬ ਲੋਕ ਹੁਣ ਦੇਣਗੇ। ਜੀ, ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ। ਧੌਂਸ ਰਾਜਨੀਤੀ ਦਾ ਜ਼ਿਆਦਾ ਹੈ, ਪਰ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ। ਪ੍ਰੋਫੈਸਰ ਸਾਹਿਬ ਦਾ ਕਹਿਣਾ ਹੈ ਕਿ ਲੋਕ ਹੁਣ ਜਵਾਬ ਦੇਣਗੇ, ਲੋਕਾਂ ਨੇ ਆਪਣੇ ਮਸਲੇ ਹੱਕ ਲੈ ਕੇ ਰਹਿਣਾ। ਵਿਚਾਰ ਸਾਡੇ ਨਾਲ ਜੂ ਸਾਂਝੇ ਕਰਿਓ। ਕੈਮਰੇ ਸਾਹ ਜੋਗਦੇਵ ਸੀ, ਦਲਜੀਤ, ਧੰਨਵਾਦ।